अस्सलाम वालेकुम नाज़रीन, मैं हूं एडी मलिक। कुछ रोज़ पहले 1.5 साला मासूम बच्चा जो घर के बाहर खेलता हुआ लापता हुआ और फिर उसके बाद किस तरह से उस बच्चे को कत्ल किया और इस कत्ल के पीछे कोई और नहीं बल्कि उसी मासूम बच्चे की सगी माँ थी। माँ ने अपने आशना के साथ मिलकर उस बच्चे को पहले अगवा करवाया, फिर उस मासूम बच्चे को इस घर से तकरीबन 20 किलोमीटर दूर ले जाकर गला दबाकर उस मासूम बच्चे को कत्ल किया, लाश को आग लगाकर जला दिया। नाज़रीन, मैं वो उस बच्चे के मनाज़िर, उसकी जली हुई लाश की वो तस्वीरें आपको नहीं दिखा सकता, क्योंकि जब आप उस मासूम बच्चे की तस्वीरें देखेंगे तो यकीनन आपका कलेजा फटकर आपके हाथ में आ जाएगा। मेरे साथ उसी मासूम बच्चे के वालिद मौजूद है। इनसे सारा वाकया जानते हैं कि इनका बेटा कैसे लापता हुआ, फिर इनको कैसे पता चला कि इनका बच्चा कत्ल हो गया है और कत्ल करवाने वाली इसी की अपनी सगी माँ है। आइए सारा वाकया इन्हीं से जानते हैं। अस्सलाम वालेकुम जी। वालेकुम सलाम। ਕੀ ਨਾਮ ਹੈ ਭਾਈ ਜੀ? नवीद। ਨਵੀਦ ਭਾਈ, ਕਿਸ ਤਰ੍ਹਾਂ ਹੋਇਆ ਸੀ ਇਹ ਸਾਰਾ ਵਾਕਿਆ ਤੇ ਬੱਚਾ ਕਿੱਥੋਂ ਅਗਵਾ ਹੋਇਆ ਸੀ? बच्चा इत्थों ही दरवाजे अगों ही होया गवा। ਦਰਵਾਜ਼ੇ ਦੇ ਅੱਗੋਂ ਅਗਵਾ ਹੋ ਗਿਆ? हाँ जी। ਤੇ ਕੌਣ ਲੈ ਕੇ ਗਿਆ ਤੇ ਕਿਸ ਤਰ੍ਹਾਂ ਬੱਚੇ ਨੂੰ ਲੈ ਕੇ ਗਏ? वो तो नहीं थी मुझे पता था। मैं तो काम ते गया था ते ना मैनू तो फोन किया था कि घर आ, बच्चा नहीं लभदा पिया हैगा। ते घर आया, आन के देखा दुखिया ते ना नहीं मिलिया किसी भी। फिर घरों से ढूंढा डांडा ते किसी भी साथ ਅੱਛਾ, नहीं। ਉਹ ਟਾਈਮ ਕੀ ਸੀ ਜਦੋਂ ਬੱਚਾ ਅਗਵਾ ਹੋਇਆ ਸੀ? वो हैगा सी 5 5:30 का टाइम। ਸ਼ਾਮ ਦਾ? हाँ शाम का। ਅੱਛਾ, ਸਾਡੇ ਕੋਲ ਇਹ ਖਬਰ ਆਈ ਕਿ ਇਸ ਬੱਚੇ ਦੇ ਅਗਵਾ ਦੇ ਪਿੱਛੇ ਤੁਹਾਡੀ ਆਪਣੀ ਹੀ ਬੀਵੀ ਹੈ ਔਰ ਉਹਨੇ ਹੀ ਕਤਲ ਕਰਵਾਇਆ। वो तो बाद च ही पता चलिया है ना। हाँ, पहले कोई महसूस नहीं होया, कोई पता नहीं लगा हैगा। हाँ, ਤੇ ਜਦੋਂ ਫਿਰ ਪੁਲਿਸ ਆਈ 1 ਕਾਲ ਕੀਤੀ, ਪੁਲਿਸ ਆਈ, ਉਹਨੇ ਫਿਰ ਪੁੱਛਿਆ, ਦੱਸਿਆ ਹੈਗਾ ਸਾਰਾ। ਫਿਰ ਮੋਬਾਈਲ ਚੈੱਕ ਕੀਤੇ ਹੈਗੇ ਨੇ ਤੇ ਫਿਰ ਜਾ ਕੇ ਉਹਨਾਂ ਦੇ ਮੋਬਾਈਲਾਂ 'ਚ ਨੰਬਰ ਟਰੇਸ ਕੀਤੇ ਹੈਗੇ, ਫਿਰ ਜਾ ਕੇ ਉਹਨਾਂ ਲੱਭਿਆ ਹੈਗਾ। ਤੁਸੀਂ ਆਪਣੀ ਮਦਦ ਆਪ ਦੇ ਤਹਿਤ ਵੀ ਬੱਚੇ ਨੂੰ ਤਲਾਸ਼ ਕਰਦੇ ਰਹੇ ਹੋ? ਹਾਂਜੀ, ਬੜਾ ਤਲਾਸ਼ ਕੀਤਾ ਹੈਗਾ। ਤੁਹਾਡੀ ਬੀਵੀ ਦੀ ਉਸ ਟਾਈਮ ਤੇ ਕੀ ਹਾਲਤ ਸੀ ਜਦੋਂ ਬੱਚਾ ਤੁਸੀਂ ਢੂੰਡਦੇ ਪਏ ਸੀ, ਲੱਭਦੇ ਪਏ ਸੀ? ਉਹ ਵੀ ਸਾਡੇ ਨਾਲ ਪਰੇਸ਼ਾਨ ਸੀ, ਜਿਵੇਂ ਅਸੀਂ ਪਰੇਸ਼ਾਨ ਸੀ ਉਵੇਂ ਉਹ ਵੀ ਪਰੇਸ਼ਾਨ ਲੱਗੀ ਫਿਰੀ ਨਾਲ। ਯਾਨੀ ਕਿ ਉਹ ਡਰਾਮਾ ਕਰਦੀ ਪਈ ਸੀ? ਡਰਾਮਾ ਕਰਦੀ ਰਹੀ ਤੇ ਜਦੋਂ ਪੁਲਿਸ ਨੇ ਫਿਰ ਟਰੇਸ ਕੀਤੇ ਨੇ ਨੰਬਰ, ਫਿਰ ਉਹਨਾਂ ਸਾਨੂੰ ਟਾਈਮ ਦਿੱਤਾ ਹੈਗਾ। ਉਹਨਾਂ ਆਖਿਆ ਵੀ ਤੁਹਾਡਾ ਬੇਟਾ 24 ਘੰਟਿਆਂ ਦਾ ਟਾਈਮ ਦਿੱਤਾ ਅਸੀਂ ਤੇ ਨਾ, ਬਾਕੀ ਉਹਨਾਂ 3 ਘੰਟਿਆਂ 'ਚ ਪੁਲਿਸ ਨੇ ਸਾਨੂੰ ਲੱਭ ਦਿੱਤਾ ਸੀ। ਅੱਛਾ ਨਵੀਦ ਭਾਈ, ਤੁਹਾਡੀ ਸ਼ਾਦੀ ਕਿੰਨਾ ਅਰਸਾ ਪਹਿਲੇ ਹੋਈ ਸੀ ਤੇ ਤੁਹਾਡੀ ਇਹ ਪਸੰਦ ਦੀ ਸ਼ਾਦੀ ਸੀ? ਨਹੀਂ, ਪਸੰਦ ਦੀ ਨਹੀਂ ਸੀ ਹੈਗੀ, ਉਂਝ ਘਰ ਵਾਲਿਆਂ ਨੇ ਆਪਣੀ ਮਰਜ਼ੀ ਦੇ ਨਾਲ ਕੀਤੀ? ਆਪਣੀ ਮਰਜ਼ੀ ਨਾਲ ਹੀ ਕੀਤੀ ਸੀ। ਤੇ ਤੁਹਾਡੀ ਇਹ ਜਿਹੜੀ ਤੁਹਾਡੀ ਬੀਵੀ ਸੀ ਆਪਣੇ ਰਿਸ਼ਤੇਦਾਰ ਸਨ? ਹਾਂਜੀ, ਚਾਚੇ ਦੀ ਬੇਟੀ ਸੀ? ਚਾਚੇ ਦੀ ਬੇਟੀ ਸੀ ਤੇ ਜੀ। ਤੁਹਾਡਾ ਰਹਿਣ ਸਹਿਣ ਠੀਕ ਸੀ, ਨਾਰਮਲ ਸੀ? ਨਹੀਂ, ਠੀਕ ਸੀ। ਤੇ ਫਿਰ ਕਿਸ ਤਰ੍ਹਾਂ ਉਹਨੇ ਇੱਕ ਨਾਜਾਇਜ਼ ਤਾਲੁਕ ਬਣਾ ਲਿਆ ਕਿਸੇ ਹੋਰ ਦੇ ਨਾਲ? ਬਸ ਇਹ ਚੀਜ਼ ਦਾ ਨਹੀਂ ਪਤਾ ਲੱਗਾ ਹੈਗਾ। ਹਾਂ, ਅੱਛਾ, ਇਸ ਚੀਜ਼ ਦਾ ਨਹੀਂ ਪਤਾ ਲੱਗਾ ਹੈਗਾ, ਕਿਦੋਂ ਬਣਾ ਲਿਆ ਤੇ ਕਿਦੋਂ ਨਹੀਂ। ਤੁਹਾਨੂੰ ਕਦੀ ਸ਼ੱਕ ਵੀ ਨਹੀਂ ਮਹਿਸੂਸ ਹੋਇਆ? ਨਹੀਂ, ਸਾਰਾ ਦਿਨ ਤੇ ਕੰਮ ਤੇ ਜਾਣਾ ਤੇ ਸ਼ਾਮ ਨੂੰ ਆਣਾ ਹੈਗਾ ਤੇ ਨਾ, ਕਦੀ ਵੀ ਨਹੀਂ ਸੀ ਇੰਜ ਦਾ ਮਾਮਲਾ। ਯਾਨੀ ਕਿ ਤੁਹਾਡੇ ਨਾਲ ਉਹਦਾ ਮਿਲਣਾ ਜੁਲਣਾ ਠੀਕ ਸੀ? ਹਾਂ, ਠੀਕ ਸੀ। ਘਰਦਿਆਂ ਨਾਲ ਵੀ ਠੀਕ ਸੀ? ਹਾਂਜੀ। ਅੱਛਾ, ਇੱਕ ਹੋਰ ਵੀ ਹੈ ਨੌਕਰਾਨੀ, ਉਹਦਾ ਕੀ ਇਹਦੇ ਚ ਰੋਲ ਹੈਗਾ ਜੀ? ਉਹ ਨੌਕਰਾਨੀ ਨੇ ਹੀ, ਉਹਨਾਂ ਦੋਨਾਂ ਨੇ ਮਿਲ ਕੇ ਹੀ ਕੰਮ ਕੀਤਾ ਹੈਗਾ। ਹਾਂ, ਉਹਨੇ ਕੀ ਕਿਸ ਤਰ੍ਹਾਂ ਬੱਚੇ ਨੂੰ ਨੌਕਰਾਨੀ ਘਰੋਂ ਲੈ ਕੇ ਗਈ ਹੈ? ਮੈਨੂੰ ਦੱਸਿਆ ਹੂੰ ਵੀ ਇੱਥੋਂ ਬਾਹਰੋਂ ਗੁੰਮ ਹੋ ਗਿਆ ਹੈ, ਤੇ ਉਹ ਨੌਕਰਾਨੀ ਦੇ ਕੇ ਆਈ ਹੈਗੀ ਸੀ, ਫੜਾ ਕੇ ਆਈ ਸੀ ਬਾਹਰ। ਅੱਛਾ, ਉਹ ਜਿਹੜਾ ਉਹਦਾ ਆਸ਼ਨਾ ਸੀ ਉਹਦਾ ਕੀ ਨਾਮ ਹੈਗਾ? ਸਲਾਮ। ਉਹ ਕਿੱਥੋਂ ਦਾ ਰਹਿਣ ਵਾਲਾ ਹੈ? ਉਹ ਔਲਖ ਪਿੰਡ ਹੈਗਾ, ਕਸੂਰ ਵਾਲੀ ਸਾਈਡ ਦਾ? ਕੋਟਲਾ ਦਾ ਕਿਸ਼ਨ ਵਾਲੀ ਸਾਈਡ ਤੇ। ਉਸ ਸਾਈਡ ਦਾ ਰਹਿਣ ਵਾਲਾ? ਹਾਂਜੀ। ਫਿਰ ਉਹ ਬੱਚਾ ਆਪ ਉਹ ਆਇਆ ਸੀ ਇੱਥੇ ਲੈ ਕੇ, ਮੁਲਜ਼ਮ ਉਸ ਬੱਚੇ ਨੂੰ ਲੈ ਕੇ ਗਿਆ? ਹਾਂਜੀ, ਉਹ ਆਪ ਹੀ ਆਇਆ ਸੀ, ਇੱਧਰ ਪਿੱਛੇ ਗਲੀ 'ਚ ਆਇਆ ਕਿਤੇ ਤੇ ਨਾ, ਉਹਨੂੰ ਉਹ ਕੰਮ ਵਾਲੀ ਫੜਾ ਕੇ ਆਈ ਹੈਗੀ ਹੈ। ਠੀਕ ਹੈ, ਤੇ ਨਾ ਉਹ ਲੈ ਗਿਆ, ਉਹਨੇ ਜਾ ਕੇ ਮਾਰ ਦਿੱਤਾ। ਪਹਿਲਾਂ ਗਲਾ ਦਬਾਇਆ, ਫਿਰ ਉਹਨੂੰ ਮਾਰ ਕੇ ਤੇ ਫਿਰ ਉਹਨੂੰ ਜਲਾ ਦਿੱਤਾ ਹੈਗਾ। 1.5 ਸਾਲਾ ਮਾਸੂਮ ਬੱਚੇ ਨੂੰ ਅੱਗ ਲਗਾ ਦਿੱਤੀ? ਹਾਂਜੀ, ਆਗ ਲਗਾ ਦਿੱਤੀ ਪੈਟਰੋਲ ਡਾਲ ਕੇ। ਕਿਤੇ ਉਹ ਆਪਣੇ ਬੱਚੇ ਦਾ ਆਖਰੀ ਦੀਦਾਰ ਵੀ ਨਹੀਂ ਕਰ ਸਕੇ? ਨਹੀਂ, ਇਹ ਫਿਰ ਪਤਾ ਕਿਵੇਂ ਚੱਲਿਆ ਕਿ ਤੁਹਾਡੀ ਬੀਵੀ ਹੀ ਕਾਤਲ ਹੈਗੀ ਹੈ ਤੁਹਾਡੇ ਬੱਚੇ ਦੀ? ਉਹ ਤਾਂ ਫਿਰ ਪੁਲਿਸ ਨੇ ਹੀ ਲੱਭਿਆ ਹੈਗਾ ਆਣ ਕੇ। ਉਹਨਾਂ ਫਿਰ ਮੋਬਾਈਲ ਵੇਖੇ ਹੈਗੇ ਨੇ, ਨੰਬਰ ਟਰੇਸ ਕੀਤੇ ਹੈਗੇ ਤੇ ਨਾ, ਉਹਨਾਂ ਫਿਰ ਲੱਭੇ ਹੈਗੇ। ਉਹਨਾਂ ਫਿਰ ਰਾਤ ਨੂੰ ਫਿਰ ਮੁਲਜ਼ਮ ਲਿਆਂਦੇ ਫੜ ਕੇ, ਤਫਤੀਸ਼ ਕੀਤੀ ਲਿਆ ਕੇ, ਫਿਰ ਉਹ ਮੰਨਿਆ ਹੈਗਾ ਤੇ ਫਿਰ ਉਹ ਜਾ ਕੇ ਰਾਤੋਂ ਰਾਤ ਹੀ ਉਹਨਾਂ ਨਾਲ
ਬੱਚੇ ਨੂੰ ਲੱਭ ਲਿਆਂਦਾ ਹੈਗਾ ਸੀ। ਫਿਰ ਉਹਨਾਂ ਮੈਨੂੰ ਪੈਗਾਮ ਦਿੱਤਾ ਹੈਗਾ ਵੀ ਆਪਕਾ ਬੇਟਾ ਮਿਲ ਗਿਆ ਹੈ, ਤੋ ਡੈਡ ਬਾਡੀ ਮਿਲੀ ਹੈ। ਜਦੋਂ ਤੁਹਾਡੀ ਬੀਵੀ ਨੂੰ ਗ੍ਰਿਫਤਾਰ ਕੀਤਾ ਸੀ, ਉਹ ਇਸ ਘਰ ਦੇ ਵਿੱਚੋਂ ਕੀਤਾ ਸੀ ਜਾਂ ਕਿ ਕਿੱਥੋਂ ਕੀਤਾ ਸੀ? ਇਸ ਘਰ 'ਚ ਹੀ ਕੀਤਾ ਸੀ। ਪੁੱਛ-ਗੁੱਛ ਕਰਦੇ ਰਹੇ ਨੇ ਕਿ ਡਾਇਰੈਕਟ ਹੀ ਉਹਨਾਂ ਨੇ ਕਿਹਾ ਕਿ ਬੀਬੀ ਆ ਜਾਓ ਸਾਡੇ ਨਾਲ? ਨਹੀਂ, ਉਹ ਥਾਣੇ ਜਦੋਂ ਉਹਨੂੰ ਫੜ ਕੇ ਲਿਆਂਦਾ ਨੇ, ਫਿਰ ਉਹਨੇ ਦੱਸਿਆ ਹੈਗਾ। ਫਿਰ ਮੁਲਾਜ਼ਮ ਆਏ ਨੇ, ਉਹਨਾਂ ਆਣ ਕੇ ਤੇ ਨਾ ਉਹਨਾਂ ਦਰਵਾਜ਼ਾ ਖੜਕਾਇਆ ਹੈਗਾ। ਉਹਨਾਂ ਹੈ ਵੀ ਕਿੱਥੇ ਹੈ ਬੇਗਮ ਤੇਰੀ? ਦੱਸਿਆ ਵੀ ਇੱਥੇ ਹੀ। ਉਹਨਾਂ ਲਿਆਓ ਬਾਹਰ ਉਹਨੂੰ। ਉਹਨੂੰ ਵੀ ਗੱਡੀ 'ਚ ਬਿਠਾ ਲਿਆ ਨੇ, ਤੇ ਫਿਰ ਕਿਰਾਏਦਾਰ ਨਹੀਂ ਹੈਗੀ ਸੀ, ਉਹਨੂੰ ਵੀ ਬਿਠਾ ਲਿਆ ਤੇ ਉਹ ਲੈ ਗਿਆ ਨਾਲ। ਤੁਹਾਡੀ ਬੇਗਮ ਦਾ ਕੀ ਨਾਮ ਸੀ ਤੇ ਨੌਕਰਾਨੀ ਦਾ ਕੀ ਨਾਮ ਸੀ? ਨੌਕਰਾਣੀ ਦਾ ਤਾਂ ਨਹੀਂ ਪਤਾ ਹੈਗਾ, ਬੇਗਮ ਦਾ ਨਾਮ ਕਿੰਜ਼ਾ। ਕਿੰਜ਼ਾ। ਕਿੰਜ਼ਾ ਨੂੰ ਫਿਰ ਪੁਲਿਸ ਨੇ ਨੌਕਰਾਨੀ ਨੂੰ ਦੋਵਾਂ ਨੂੰ ਡਾਲੇ 'ਚ ਬਿਠਾਇਆ ਤੇ ਥਾਣੇ ਲੈ ਗਏ। ਹਾਂ, ਥਾਣੇ ਲੈ ਗਿਆ। ਤੁਸੀਂ ਪੁਲਿਸ ਨੂੰ ਪੁੱਛਿਆ ਸੀ ਕਿ ਇਹਨੂੰ ਕਿਉਂ ਲੈ ਕੇ ਜਾ ਰਹੇ ਹੋ? ਉਹਨਾਂ ਦੱਸਿਆ ਸੀ, ਪੁੱਛਿਆ ਸੀ ਤੇ ਉਹਨਾਂ ਦੱਸ ਦਿੱਤਾ ਸੀ। ਉਹਨਾਂ ਆਖਿਆ ਸੀ ਮੁਲਜ਼ਮ ਇਹੋ ਹੀ ਨੇ। ਆਪਣੀ ਬੀਵੀ ਨੂੰ ਕੋਈ ਆਖਰੀ ਦਫਾ ਪੁੱਛਿਆ ਕਿ ਇਹ ਕੀ ਜ਼ੁਲਮ ਕੀਤਾ ਜੀ? ਨਹੀਂ, ਇੰਨਾ ਮੌਕਾ ਹੀ ਨਹੀਂ ਮਿਲਿਆ ਹੈਗਾ। ਉਹਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਸਾਨੂੰ ਵੀ ਮੈਂ ਇਹ ਕੰਮ ਕੀਤਾ ਹੈਗਾ। ਉਹਦੇ ਥਾਣੇ ਲਿਜਾ ਕੇ ਤੇ ਫਿਰ ਉਹਨਾਂ ਜਾ ਕੇ ਦੱਸਿਆ ਹੈਗਾ ਵੀ ਇਹਨਾਂ ਕੀਤਾ ਗਾ। ਯਾਨੀ ਕਿ ਇਹਨਾਂ ਤਿੰਨਾਂ ਮੁਲਜ਼ਮਾਂ ਨੇ ਮਿਲ ਕੇ ਬੱਚੇ ਨੂੰ ਕਤਲ ਕੀਤਾ, ਪਹਿਲੇ ਅਗਵਾ ਕੀਤਾ, ਫਿਰ ਕਤਲ ਕੀਤਾ, ਫਿਰ ਉਹਦੀ ਲਾਸ਼ ਨੂੰ ਅੱਗ ਲਗਾ ਦਿੱਤੀ। ਅੱਗ ਲਗਾ ਦੀ। ਤੁਸੀਂ ਕੀ ਮੁਤਾਲਬਾ ਕਰੋਗੇ ਕਿਉਂਕਿ ਮੁਲਜ਼ਮਾਨ ਤੇ ਪੁਲਿਸ ਨੇ गिरफ्तार कर लेते? ਹਾਂਜੀ, ਸਾਡਾ यही है पैगाम भी जैसे मेरे बेटे को जलाया कि वो इससे भी ਵੱਧ ਹੀ कड़ी तो कड़ी सजा होनी चाहिए इसके लिए। ਕਦੀ ਸੋਚਿਆ ਸੀ ਕਿ ਮਾਵਾਂ ਵੀ ਆਪਣੇ ਬੱਚਿਆਂ ਦੇ ਨਾਲ ਇਹੋ ਜਿਹਾ ਜ਼ੁਲਮ ਕਰ ਸਕਦੀਆਂ ਨੇ? ਉਹ ਮਾਂ ਕਰਦੀ ਹੈ ਜਿਹੜੀ ਨਾ ਕਾਫਰ ਮਾਂ ਹੁੰਦੀ ਹੈ, ਉਹ ਹੀ ਇਹ ਜ਼ੁਲਮ ਕਰ ਸਕਦੀ ਹੈ। ਅੱਜ ਤੱਕ ਸੁਣਿਆ ਨਹੀਂ ਹੈਗਾ ਵੈਸੇ। ਤੁਹਾਡੇ ਕਿੰਨੇ ਬੱਚੇ ਹੈਗੇ ਜੀ? एक ही बेटा था ਇੱਕ ਹੀ ਬੇਟਾ था। जी। ਉਹ ਆਪਣੇ ਬੇਟੇ ਨਾਲ ਪਿਆਰ ਨਹੀਂ ਸੀ ਕਰਦੀ? ਕਰਦੀ ਸੀ। ਲੇਕਿਨ ਕੀ ਫਿਰ ਵਜ੍ਹਾ ਜ਼ੇਨ ਦੇ ਵਿੱਚ ਆਈ ਕਿ ਉਹਨੇ ਆਪਣੇ ਬੇਟੇ ਨੂੰ ਪਹਿਲੇ ਕਤਲ ਕਰਵਾ ਦਿੱਤਾ ਜੀ? ਇਹ ਨਹੀਂ ਪਤਾ ਹੈਗਾ ਵੀ ਕੀ ਵਜ੍ਹਾ ਆਈ ਹੈ ਤੇ ਕੀ ਨਹੀਂ ਆਈ ਹੈਗੀ। ਡਿਜ਼ਾਈਨ ਬਦਲਣ ਲੱਗਿਆ ਪਤਾ ਨਹੀਂ ਲੱਗਦਾ ਹੈਗਾ। ਹਾਂਜੀ। ਤੁਹਾਡਾ ਇਹੀ ਮੁਤਾਲਬਾ ਕਿ ਇਹਨਾਂ ਮੁਲਜ਼ਮਾਨ ਨੂੰ ਇਵੇਂ ਦੀ ਸਜ਼ਾ ਮਿਲਣੀ ਚਾਹੀਦੀ? ਹਾਂ, ਇਹਨਾਂ ਦੀ ਸਜ਼ਾ ਮਿਲਣੀ ਚਾਹੀਏ। ਪੁਲਿਸ ਦੀ ਕਾਰਕਰਦਗੀ ਤੇ ਤੁਸੀਂ ਕੀ ਕਹੋਗੇ? ਉਹਨਾਂ ਨੇ ਤੁਹਾਡੇ ਨਾਲ ਸਹੀ ਤਾਵਨ ਕੀਤਾ ਹੈ? ਪੁਲਿਸ ਨੇ ਮੇਰੇ ਸਾਥ ਫੁੱਲ ਤਾਵਨ ਕੀਤਾ ਹੈਗਾ। हाँ, थाना रायविंड सिटी थाना SHO साहब और तफ्तीशी साहब, उसके ASI वगैरह और उसका अमला जो भी है ना, उन्होंने मेरे साथ बड़ा अच्छा सलूक किया हैगा। ਉਹਨਾਂ ਦੀ ਮਿਹਰਬਾਨੀ ਹੈਗੀ ਜਿਹੜਾ ਮੇਰਾ ਬੇਟਾ ਮੈਨੂੰ ਲੱਭ ਦਿੱਤਾ ਨੇ। ਨਾ ਲੱਭਦਾ ਮੈਂ ਸਾਰੀ ਜ਼ਿੰਦਗੀ ਤੜਫਦਾ ਹੀ ਰਹਿਣਾ ਸੀ। ਤੇ ਉਹਨਾਂ ਨੇ ਜੈਸੇ ਵੀ ਮਿਲਿਆ ਹੈ ਨਾ, ਉਹਨਾਂ ਲਿਆ ਕੇ ਮੈਨੂੰ ਦਿਖਾ ਦਿੱਤਾ ਹੈਗਾ। ਅੱਛਾ, ਇਹ ਵੀ ਸਾਨੂੰ ਖਬਰ ਪਤਾ ਚੱਲੀ ਹੈ ਕਿ ਤੁਹਾਡੀ ਬੀਵੀ ਉਹ ਜਿਹੜਾ ਉਹਦਾ ਆਸ਼ਨਾ ਸੀ ਉਹਦੇ ਨਾਲ ਕੁਸ਼ਾਦੀ ਕਰਨਾ ਚਾਹੁੰਦੀ ਸੀ, ਇਸ ਲਈ ਉਹਨੇ ਆਪਣੇ ਬੇਟੇ ਨੂੰ ਕਤਲ ਕਰਵਾਇਆ। ਇਹ ਤਾਂ ਨਹੀਂ ਪਤਾ ਹੈਗਾ, ਤਾਂ ਮੈਨੂੰ ਤਾਂ ਨਹੀਂ ਸੀ ਨਾ ਪਤਾ ਹੈਗਾ। ਤੇ ਕੋਈ ਮਾਮਲਾ ਹੋਵੇਗਾ ਜਾਂ ਇੰਜ ਸ਼ਾਦੀ ਕਰਨਾ ਚਾਹ ਰਹੀ ਸੀ ਤਾਂ ਦੇ ਬੱਚੇ को ਮਾਰਿਆ ਨੇ, ਤੇ ਨਾ ਕੋਈ ਇੰਜ ਦਾ ਮਾਮਲਾ ਹੋਵੇਗਾ ਜਾਂ ਇਹ नहीं पता। नाज़रीन, आपने बच्चे के वालिद की सारी गुफ्तगू सुनी है कि इनकी बीवी ने अपने ही सगे बेटे को, जिसकी उम्र तकरीबन 1.5 साल थी, उस बेटे को कैसे घर से अगवा करवाया और फिर अपने आशना को कहकर पहले उस जालिम इंसान ने उस 1.5 साला मासूम बच्चे का गला दबाकर उसको कत्ल किया। जब उसकी हवस, जब उसकी दरिंदगी ख़त्म ना हुई तो उसने उस मासूम बच्चे के ऊपर, उसकी लाश के ऊपर पेट्रोल छिड़क कर आग लगा दी। सोचे इन जालिमों को, इन दरिंदों को क्या आप समझते हैं कि माफ़ी दी जानी चाहिए, या ऐसी खातून या इस तरह की ख़वातीन को माफ़ी देनी चाहिए जो अपने घर को, हालांकि इनकी वो रिश्तेदार थी खातून, लेकिन हवस इंसान को कहाँ से कहाँ तक ले जा सकता है। थाना सिटी रायविंड की पुलिस ने दिन रात इस केस को मेहनत करके न सिर्फ ट्रेस किया, उस मासूम बच्चे की जली हुई लाश को बरामद किया और इन तीनों कातलों को भी गिरफ्तार करके हवालात में बंद किया। इस शख्स का ये सिर्फ इतना सा मुतालबा है कि इन जालिमों को ऐसी ही इबरतनाक सज़ा मिलनी चाहिए जिस तरह इन्होंने मेरे बेटे को दर्दनाक मौत से दो चार किया। हम देखने वालों से भी गुजारिश करेंगे कि इस तरह के जो वाक़यात होते हैं उसके पीछे अंजाम या फिर उसका अंजाम क्या होता है। आज ये शख्स या फिर वो खातून जिसने अपनी कोख से अपने बच्चे को जन्म दिया, फिर उसी की वो दुश्मन बन गई। ऐसे लोगों को जितनी ज़्यादा से ज़्यादा कड़ी से कड़ी सज़ा दी जाए वो भी कम है। इजाज़त चाहूँगा अल्लाह के पास।